ਏਵਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਭੁਪਿੰਦਰ ਸਿੰਘ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ। ਬਠਿੰਡਾ ਦੇ ਪਰਸਰਾਮ ਨਗਰ 'ਚ ਲੋਨ ਦੀਆਂ ਕਿਸ਼ਤਾਂ ਤੋਂ ਅੱਕੀਆਂ ਔਰਤਾਂ ਉਤਰੀਆਂ ਸੜਕਾਂ ਤੇ। ਬਠਿੰਡਾ 'ਚ ਆਪ ਵਾਲਿਆਂ ਨੇ ਖੋਲ੍ਹਿਆ ਮੋਰਚਾ। ਲੁਧਿਆਣਾ ਕਾਂਗਰਸ ਨੇ ਫੌਜੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕੇਂਦਰ ਸਰਕਾਰ ਤੇ ਕੱਢੀ ਭੜਾਸ। ਬਰਨਾਲਾ 'ਚ ਕਾਂਗਰਸੀ ਵਰਕਰਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ। ਕੈਬਨਿਟ ਮੰਤਰੀ ਪੰਜਾਬ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਨੇ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ। ਆਦਰਸ਼ ਸਕੂਲ ਬਲਟੋਹਾ 'ਚ 2.5 ਮਹੀਨੇ ਤੋਂ ਇਕਾਂਤਵਾਸ 'ਚ ਹਨ 2 ਵਿਅਕਤੀ। ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਸਮਾਣਾ ਦੇ ਕਈ ਮੁਹੱਲੇ ਹੋਏ ਸੀਲ। ਇਹ ਸਾਨੂੰ ਪਰੇਸ਼ਾਨ ਕਰਦੇ, ਕਦੀ ਕਹਿੰਦੇ ਘਰ ਤੇ ਕਬਜ਼ਾ ਕਰਾਂਗੇ, ਸਾਡਾ ਸਮਾਨ ਚੱਕ ਕੇ ਲੈ ਜਾਾਂਗੇ। ਤਾਂ ਹੈ ਨਹੀਂ ਤੇ ਤੁਹਾਨੂੰ ਧਮਕੀਆਂ ਦਿੰਦੇ, ਕਹਿੰਦੇ ਤੁਹਾਡੇ ਘਰਾਂ ਤੇ ਅਸੀਂ ਤਾਲਾ ਲਾ ਦਾਂਗੇ, ਤੁਹਾਡਾ ਸਮਾਨ ਚੱਕ ਕੇ ਲੈ ਜਾਾਂਗੇ। ਕਦੇ ਕੁਛ ਕਹਿੰਦੇ ਜੀ 2-2 3-3 ਇਕੱਠੇ ਹੋ ਕੇ ਆ ਜਾਂਦੇ ਹੈਗੇ। ਅੱਜ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਗਰੀਬ ਔਰਤਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਪ੍ਰਾਈਵੇਟ ਬੈਂਕਾਂ ਤੇ ਪ੍ਰਾਈਵੇਟ ਕੰਪਨੀਆਂ ਤੋਂ ਲੋਨ ਲੈ ਕੇ ਆਪਣੇ ਗਰੁੱਪ ਬਣਾ ਕੇ ਆਪਣਾ ਘਰ ਦਾ ਰੋਜ਼ੀ ਰੋਟੀ ਦਾ ਕੰਮ ਚਲਾਇਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਪ੍ਰਾਈਵੇਟ ਬੈਂਕਾਂ ਤੇ ਕੰਪਨੀ ਵਾਲੇ ਸਾਡੇ ਤੋਂ ਧੱਕੇ ਨਾਲ ਕਿਸ਼ਤਾਂ ਭਰਵਾਉਣ ਦਾ ਦਬਾਅ ਪਾ ਰਹੇ ਹਨ। ਲਾਕਡਾਊਨ ਦੇ ਕਾਰਨ ਸਾਡਾ 3 ਮਹੀਨੇ ਤੋਂ ਕੋਈ ਕੰਮ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਸਾਨੂੰ ਕਿਸ਼ਤਾਂ ਭਰਨੀਆਂ ਮੁਸ਼ਕਿਲ ਹੋ ਗਈਆਂ ਹਨ ਅਤੇ ਸਾਨੂੰ ਤਾਂ ਰੋਟੀ ਦੇ ਵੀ ਲਾਲੇ ਪੈ ਗਏ ਹਨ। ਪ੍ਰਾਈਵੇਟ ਬੈਂਕਾਂ ਤੇ ਕੰਪਨੀਆਂ ਵਾਲੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਧਮਕੀਆਂ ਦੇ ਰਹੇ ਹਨ ਕਿ ਤੁਹਾਡੇ ਘਰ ਦਾ ਸਮਾਨ ਚੁੱਕ ਕੇ ਲੈ ਜਾਵਾਂਗੇ, ਅਤੇ ਉਹ ਸਰਕਾਰ ਨੂੰ ਇਹ ਗੁਹਾਰ ਲਾ ਰਹੀਆਂ ਹਨ ਕਿ ਉਹਨਾਂ ਦੀਆਂ ਲੋਨ ਦੀਆਂ ਕਿਸ਼ਤਾਂ ਮਾਫ ਕਰਵਾਈਆਂ ਜਾਣ। ਸਾਨੂੰ ਪਰੇਸ਼ਾਨ ਕਰਦੇ ਆ ਘਰੇ ਆ। ਕੀ ਤੋਂ ਲੋਨ ਲਿਆ ਸੀ? ਕਿਹੜੀ ਕੰਪਨੀ? ਮਿਡਲੈਂਡ ਕੰਪਨੀ, ਇੱਕ ਸੈਟਿੰਗ ਕੰਪਨੀ ਆ, ਇੱਕ ਜਿਹੜੀ ਹਫ਼ਤੇ ਵਿੱਚ ਵੰਦਨਾ ਬੈਂਕ ਆ। ਇਹ ਸਾਨੂੰ ਪਰੇਸ਼ਾਨ ਕਰਦੇ ਆ, ਕਦੀ ਕਹਿੰਦੇ ਘਰ ਤੇ ਕਬਜ਼ਾ ਕਰਾਂਗੇ, ਤੁਹਾਡਾ ਸਮਾਨ ਚੱਕ ਕੇ ਲੈ ਜਾਾਂਗੇ। ਬਹੁਤ ਪਰੇਸ਼ਾਨ ਕਰਦੇ ਸਰ। 4-4 ਜਣੇ ਸਾਰਾ ਦਿਨ ਹੀ ਤੁਰੇ ਹੁੰਦੇ ਆ। ਕੀ ਮੰਗ ਮੰਗਦੇ? ਅਸੀਂ ਸਾਡੀ ਇਹੋ ਹੀ ਮੰਗ ਹੈ ਵੀ ਸਾਡਾ ਲੋਨ ਮਾਫ ਹੋਣਾ ਚਾਹੀਦਾ। HDFC ਤੋਂ ਲੋਨ ਲਿਆ। ਅਸੀਂ ਚਾਹੁੰਦੇ ਹਾਂ ਵੀ ਸਾਡਾ ਲੋਨ ਮਾਫ ਕੀਤਾ ਜਾਵੇ। ਸਾਡੇ ਕੋਲ ਕੋਈ ਰੋਜ਼ਗਾਰ ਨਹੀਂ ਫਿਲਹਾਲ। ਅਸੀਂ ਲੋਕਡਾਊਨ ਕਰਕੇ ਸਾਰੇ ਵਿਹਲੇ ਆ ਘਰੇ, ਕੋਈ ਵੀ ਕੰਮ ਹੈ ਨਹੀਂ ਸਾਡੇ ਕੋਲ। ਇਸ ਕਰਕੇ ਕੰਪਨੀ ਵਾਲੇ ਆ ਕੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਸਾਨੂੰ ਲੋਨ ਦਿਓ ਜੀ, ਅਸੀਂ ਵਿਆਜ ਲਗਾਵਾਂਗੇ ਜੀ। ਹੈਗੇ ਜਦੋਂ ਕਿਸ਼ਤਾਂ ਲੈਣ ਆਉਂਦੇ ਜੀ, ਪਹਿਲੇ ਸਾਡੀਆਂ ਪ੍ਰੋਪਰ ਕਿਸ਼ਤਾਂ ਜਾ ਰਹੀਆਂ ਸੀਗੀਆਂ। ਹੁਣ ਲੋਕਡਾਊਨ ਕਰਕੇ ਸਾਡੇ ਕੰਮਕਾਰ ਜਮਾਂ ਖਤਮ ਹੋ ਗਏ ਨੇ। ਬੰਦੇ ਸਾਡੇ ਘਰੇ ਬੈਠੇ ਨੇ, ਠੀਕ ਹੈ, ਤੇ ਉਹਨੇ ਕਿਸ਼ਤਾਂ ਲੈਣ ਆਉਂਦੇ। ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਵੀ ਸਾਡੇ ਕੋਲ ਕਿਸ਼ਤਾਂ ਹੈ ਨਹੀਂ, ਤੇ ਤੁਹਾਨੂੰ ਧਮਕੀਆਂ ਦਿੰਦੇ, ਕਹਿੰਦੇ ਤੁਹਾਡੇ ਘਰਾਂ ਤੇ ਅਸੀਂ ਤਾਲਾ ਲਾ ਦਾਂਗੇ, ਤੁਹਾਡਾ ਸਮਾਨ ਚੱਕ ਕੇ ਲੈ ਜਾਾਂਗੇ। ਕਦੇ ਕੁਛ ਕਹਿੰਦੇ ਜੀ 2-2 3-3 ਇਕੱਠੇ ਹੋ ਕੇ ਆ ਜਾਂਦੇ ਹੈਗੇ। ਸਾਡੀ ਕੋਈ ਸੁਣਾਈ ਨਹੀਂ ਕਰਦੇ ਹੈਗੇ। ਹੁਣ ਤੁਸੀਂ ਇਹ ਦੱਸੋ ਵੀ ਅਸੀਂ ਕਿੱਥੋਂ ਕਿਸ਼ਤਾਂ ਜਮ੍ਹਾਂ ਕਰਾਂਗੇ? ਕਿਹੜੀ ਕੰਪਨੀ ਤੋਂ ਪੈਸੇ ਲਏ ਜੀ? ਇੱਕ ਕਮਲ ਤੋਂ ਚੱਲਦਾ ਹੈ, HDFC, ਤੇ ਆਪਣਾ RBL ਦਾ ਜੀ। ਸਾਡੇ ਵੀ ਅਸੀਂ ਕਿਸ਼ਤਾਂ ਲਈ ਨਹੀਂ ਦੇ ਸਕਦੇ, ਸਾਡੀ ਘਰ ਦੀ ਮਜਬੂਰੀ ਹੈ, ਕੰਮਕਾਰ ਨਹੀਂ ਚੱਲ ਰਿਹਾ ਜੀ, ਆਟੋ ਖੜੇ ਆ ਜੀ, ਤੇ ਅਸੀਂ ਕਿਸ਼ਤਾਂ ਦੇਈਏ। ਇਸ ਕਰਕੇ ਸਾਨੂੰ ਜਾਂ ਤਾਂ ਮਾਫ ਕੀਤਾ ਜਾਵੇ ਲੋਨ, ਜਾਂ ਅੱਗੇ ਵਧਾਈ ਜਾਣ। ਨਹੀਂ ਤੇ ਜਦੋਂ ਕੰਮਕਾਰ ਚੱਲਦਾ ਸੀ ਅਸੀਂ ਕਿਸ਼ਤਾਂ ਭਰਦੇ ਸੀ, ਹੁਣ ਅਸੀਂ ਭਰਦੇ ਹਾਲਾਤ 'ਚ ਨਹੀਂ ਹੈਗੇ ਜੀ। ਹੱਥ ਜੋੜ ਕੇ ਬੇਨਤੀ ਕਰਦੇ ਸਰਕਾਰ ਅੱਗੇ, ਜੀ ਅਸੀਂ ਗਰੀਬ ਬੰਦਿਆਂ ਦਾ ਲੋਨ ਨਹੀਂ ਭਰ ਸਕਦੇ, ਠੀਕ ਹੈ ਜੀ। ਸਾਡੇ ਜਿਹੜੇ ਕੰਮ ਜਮਾ ਠੱਪ ਹੋ ਚੁੱਕੇ ਆ, ਸਾਡੇ ਕੋਲ ਪੈਸਾ ਭਰਨ ਲਈ ਹੈ ਨਹੀਂ, ਅਸੀਂ ਉਹਦਾ ਘਰ ਚਲਾਈਏ ਜਾਂ ਲੋਨ ਭਰੀਏ। ਜਿਹੜੀ ਕੰਪਨੀਆਂ ਹੈਗੀਆਂ ਸਾਨੂੰ ਧਮਕੀਆਂ ਦਿੰਦੀਆਂ ਵੀ ਤੁਹਾਡੇ ਜਿਹੜੇ ਆਧਾਰ ਕਾਰਡ ਖਰਾਬ ਹੋ ਜਾਣਗੇ, ਤੁਹਾਨੂੰ ਡਿਫਾਲਟ ਲਿਸਟ 'ਚ ਪਾ ਦਾਂਗੇ, ਜੇ ਤੁਸੀਂ ਲੋਨ ਨਹੀਂ ਭਰੋਗੇ ਤਾਂ ਤੁਹਾਡਾ ਵਿਆਜ ਤੇ ਵਿਆਜ ਲੱਗੀ ਹੋਊਗਾ ਜੀ। ਹੁਣ ਅਸੀਂ ਅੱਗੇ ਕੀ ਕਰੀਏ? ਸਾਡੇ ਕੰਮ ਬੰਦ ਹੋ ਚੁੱਕੇ ਆ। ਸਰਕਾਰ ਅੱਗੇ ਬੇਨਤੀ ਹੈ ਵੀ ਸਾਡਾ ਲੋਨ ਮਾਫ ਕੀਤਾ ਜਾਵੇ। ਆਪਣੀਆਂ ਜ਼ਮੀਨਾਂ ਜਿਹੜੀਆਂ ਜੇ ਮੇਰੀ 25 ਕਿੱਲੇ 35 ਕਿੱਲੇ ਵਿਚਾਲੇ ਆ ਗਈ ਤਾਂ ਮੈਨੂੰ ਕਿਹਾ ਜਾਊਗਾ ਵੀ ਆਹ ਲੀਜ਼ ਤੇ ਸਾਈਨ ਕਰ ਦੇ। 31 ਸਾਲ ਦੀ ਲੀਜ਼ ਹੈ, ਸਰਕਾਰ ਨੇ ਆਹ ਠੇਕਾ ਨਿਰਧਾਰਿਤ ਕੀਤਾ ਤੇ 31 ਸਾਲ ਵਾਸਤੇ ਜ਼ਮੀਨ ਸਾਡੀ ਹੋ ਗਈ, ਤੇ ਜੇ ਤੂੰ ਦਿਹਾੜੀ ਕਰਨੀ ਹੈ ਤਾਂ ਆ ਜੀ, ਨਹੀਂ ਤੇਰਾ ਕੋਈ ਕੰਮ ਨਹੀਂ। ਆਲ ਪਾਰਟੀ ਮੀਟਿੰਗ ਦੇ ਵਿੱਚ ਬਾਕੀ ਸਾਰੇ ਇਕੱਲੇ ਸੀਗੇ। ਅਕਾਲੀ ਦਲ ਟਿੱਡੀ ਦਲ ਵਾਂਗੂ ਆਏ ਸੀਗੇ, 5 ਜਾਣੇ ਸੀਗੇ। ਜਦੋਂ ਅੰਬਾਨੀਜ਼ ਐਂਡ ਅੰਡਾਨੀਜ਼ ਖੇਤੀ ਦੇ ਵਿੱਚ ਆ ਗਏ ਪੰਜਾਬ 'ਚ, ਤਾਂ ਸੁਖਬੀਰ ਬਾਦਲ ਹੋਰਾਂ ਨੇ ਨਾ ਜੀ ਹਿੱਸਾ ਹੋਊਗਾ। ਹਿੱਸਾ ਕੀ ਮਤਲਬ? ਪੰਜਾਬ ਦੇ ਇੰਚਾਰਜ ਇਹੀ ਹੋਣਗੇ। ਉੱਥੇ ਇਸ ਵੇਲੇ ਦੂਜੀ ਖਬਰ ਬਠਿੰਡਾ ਤੋਂ ਹੀ ਸਾਹਮਣੇ ਆ ਰਹੀ ਹੈ।
ਅੱਜ ਬਠਿੰਡਾ ਵਿਖੇ ਆਯੋਜਿਤ ਪ੍ਰੈਸ ਵਾਰਤਾ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਮਾਸਟਰ ਬੁੱਧ ਰਾਮ ਪਹੁੰਚੇ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀਜੇਪੀ ਅਤੇ ਅਕਾਲੀ ਦਲ ਦੀ ਸਰਕਾਰ ਜੋ ਕਿਸਾਨਾਂ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਉਹਨਾਂ ਦੇ ਵਿੱਚ ਅਹਿਮ ਭੂਮਿਕਾ ਹੈ। ਚਾਹੇ ਪੰਜਾਬ ਦੀ ਗੱਲ ਹੋਵੇ ਜਾਂ 3 ਪਾਸ ਕੀਤੇ ਆਰਡੀਨੈਂਸ ਦੀ ਗੱਲ ਹੋਵੇ, ਚਾਹੇ ਯੂਪੀ ਵਿੱਚ ਉਜਾੜੇ ਜਾ ਰਹੇ ਕਿਸਾਨਾਂ ਦੀ ਗੱਲ ਹੋਵੇ। ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਯੂਪੀ ਦੀ ਸਰਕਾਰ ਕਿਸਾਨਾਂ ਨੂੰ ਉਜਾੜ ਰਹੀ ਹੈ, ਜਿੱਥੇ ਕਿ ਕਿਸਾਨਾਂ ਨੇ 70 ਸਾਲਾਂ ਵਿੱਚ ਯੂਪੀ ਦੀ ਜ਼ਮੀਨ ਨੂੰ ਉਪਜਾਊ ਬਣਾਇਆ ਹੈ। ਇਸ ਪ੍ਰੈਸ ਵਾਰਤਾ ਦੇ ਮੌਕੇ ਉਹਨਾਂ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਸੋ ਤੁਹਾਡੇ ਨਾਲ ਇਸ ਗੱਲ ਸਾਂਝੀ ਕਰਨਾ ਹੈ ਕਿਸ ਤਰ੍ਹਾਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਜਿਹੜੀ ਆ ਉਹ ਕਿਸਾਨ ਵਿਰੋਧੀ ਜਿਹੜੇ ਫੈਸਲੇ ਲਏ ਜਾਂਦੇ ਨੇ ਉਹਨਾਂ 'ਚ ਅਹਿਮ ਭੂਮਿਕਾ ਨਿਭਾਉਂਦੀ ਆ। ਚਾਹੇ ਉਹ ਪੰਜਾਬ ਦੀ ਗੱਲ ਆ, ਚਾਹੇ 3 ਆਰਡੀਨੈਂਸਾਂ ਦੀ ਗੱਲ ਆ, ਚਾਹੇ ਯੂਪੀ ਉੱਤਰਾਖੰਡ ਦੇ ਵਿੱਚ ਜਿਹੜੀ ਆ ਜ਼ਮੀਨ ਜਿਹੜੀ ਕਿਸਾਨਾਂ ਦੀ ਅਕਵਾਇਰ ਹੋ ਰਹੀ ਆ, ਕਿਸਾਨਾਂ ਦੀ ਜ਼ਮੀਨ ਦੱਬੀ ਜਾ ਰਹੀ ਆ, ਕਿਸਾਨਾਂ ਨੂੰ ਉਜਾੜਿਆ ਜਾ ਰਿਹਾ, ਕਿਉਂਕਿ ਲੰਬੇ ਅਰਸੇ ਤੋਂ ਪੰਜਾਬ ਤੋਂ ਕਿਸਾਨ, ਪੂਰੇ ਦੇਸ਼ ਦੇ ਕਿਸਾਨ 1947 ਤੋਂ ਬਾਅਦ ਕਿਸਾਨ ਜਿਹੜੇ ਨੇਗੇ ਉਹ ਯੂਪੀ ਦੇ ਵਿੱਚ ਜਾ ਕੇ ਤਰਾਈ ਦੇ ਏਰੀਆ ਵਿੱਚ ਜਾ ਕੇ ਉੱਥੇ ਆਬਾਦ ਹੋਏ ਸੀ। ਉਹਨਾਂ ਨੇ ਜ਼ਮੀਨਾਂ ਜਿਹੜੀਆਂ ਫਰਟਾਈਲ ਕੀਤੀਆਂ ਸੀਆਂ, ਜ਼ਮੀਨਾਂ ਉਪਜਾਊ ਬਣਾਈਆਂ ਸੀਆਂ। ਅੱਜ ਕਿਉਂਕਿ ਮੈਂ 2 ਦਿਨ ਉੱਥੇ ਲਗਾਤਾਰ ਉਸ ਗਰਾਊਂਡ ਤੇ ਜਾ ਕੇ ਆਇਆਗਾ, ਮੈਂ ਦੇਖਿਆ ਉਹਦੀ ਬੜੀ ਤਰਾਸਦੀ ਆ ਕਿ ਕਿਸ ਤਰ੍ਹਾਂ ਜਿਹੜੇ ਪੰਜਾਬ ਤੋਂ ਗਏ ਹੋਏ ਕਿਸਾਨ ਧਾਹਾਂ ਮਾਰ ਰਹੇ ਨੇ, ਕਿਸ ਤਰ੍ਹਾਂ ਰੋ ਰਹੇ ਨੇ, ਕਿਸ ਤਰ੍ਹਾਂ ਵਿਰਲਾਪ ਕਰ ਰਹੇ ਨੇ, ਕਿਉਂਕਿ ਉੱਥੇ ਉਹਨਾਂ ਨੇ ਜ਼ਮੀਨਾਂ 70 ਸਾਲ 3 ਪੀੜ੍ਹੀਆਂ ਲੱਗੀਆਂ ਆਬਾਦ ਕਰਨ ਨੂੰ। ਹੁਣ ਜਿਹੜੀ ਆ ਉੱਤਰਾਖੰਡ ਦੀ ਸਰਕਾਰ, ਯੂਪੀ ਦੀ ਸਰਕਾਰ ਜਿਹੜੀ ਆ ਉਹਨਾਂ ਨੂੰ ਬੇਘਰੇ ਕਰ ਰਹੀ ਆ, ਉੱਥੋਂ ਕੱਢ ਰਹੀ ਆ, ਨੋਟਿਸ ਜਾਰੀ ਹੋਏ ਨੇਗੇ। ਸੋ ਉਹਨਾਂ ਦੇ ਨਾਲ ਅਸੀਂ ਖੜ ਕੇ ਆਵਾਂਗੇ। ਇਹ ਮੈਂ ਤਾਂ ਗੱਲ ਕਹਿ ਰਿਹਾ ਕਿਉਂਕਿ ਅਕਾਲੀ ਦਲ ਸੀਗਾ ਜਿਹੜਾ ਅਕਾਲੀ ਦਲ ਨੇ ਇੱਕ ਡਰਾਮਾ ਕੀਤਾ ਸੀਗਾ। ਅਕਾਲੀ ਦਲ ਯੂਪੀ ਦੇ ਜਿਹੜੇ ਚੀਫ ਮਿਨਿਸਟਰ ਨੇ ਯੋਗੀ ਜੀ ਉਹਨਾਂ ਕੋਲ ਜਾ ਕੇ ਆਏ ਨੇਗੇ, ਇੱਕ ਫੋਟੋ ਜਿਹੜੀ ਆ ਉਹਨਾਂ ਨੇ ਕਰਕੇ ਆਪਦਾ ਲਿਪਾ ਪੋਚੀ ਕੀਤੀ ਆ। ਅਸੀਂ ਗਰਾਊਂਡ ਤੇ ਗਿਆਂਗੇ, ਕੋਈ ਵੀ ਜਿਹੜਾ ਅਕਾਲੀ ਦਲ ਦਾਅਵਾ ਕਰਦਾਗਾ ਕਿ ਇਹ ਫੈਸਲਾ ਨਹੀਂ ਹੋਣਾ, ਇਹ ਸਾਰੇ ਫੈਸਲੇ ਉੱਥੇ ਕਿਸਾਨਾਂ ਦੇ ਵਿਰੋਧ 'ਚ ਹੋ ਰਹੇ ਨੇਗੇ, ਜਿਹੜੇ ਫਾਰਮਰ ਨੇ ਉਹਨਾਂ ਦੇ ਵਿਰੋਧ 'ਚ ਹੋ ਰਹੇ ਨੇਗੇ। ਸੋ ਉਸ ਗੱਲ ਦਾ ਵੀ ਅਸੀਂ ਐਨਾਲਿਸਿਸ ਕਰਕੇ ਆਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੇ। ਰਿਪੋਰਟ ਅਸੀਂ ਤਿਆਰ ਕਰ ਰਹੇ ਹਾਂ। ਰਿਪੋਰਟ ਜਿਹੜੀ ਹੈਗੀ ਆ ਅਸੀਂ ਯੂਪੀ ਦੇ ਮੁੱਖ ਮੰਤਰੀ, ਔਰ ਰਿਪੋਰਟ ਜਿਹੜੀ ਆ ਉੱਤਰਾਖੰਡ ਦੇ ਮੁੱਖ ਮੰਤਰੀ, ਔਰ ਰਿਪੋਰਟ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ, ਔਰ ਰਿਪੋਰਟ ਜਿਹੜੀ ਹੈਗੀ ਆ ਦਿੱਲੀ ਦੇ ਮੁੱਖ ਮੰਤਰੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਸੌਂਪਾਂਗੇ ਕਿ ਕਿਸਾਨਾਂ ਦਾ ਉਜਾੜਾ ਨਾ ਕਰੋ। ਕਿਸਾਨਾਂ ਨੇ ਆਪਣੀਆਂ 3 ਪੀੜ੍ਹੀਆਂ ਉੱਥੇ ਗਵਾਤੀਆਂ, ਉੱਥੇ ਜਿਹੜਾ ਉਹ ਜ਼ਮੀਨ ਨੂੰ ਜਿਹੜਾ ਹੈਗਾ ਆਬਾਦ ਕੀਤਾ ਗਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅੱਗੇ ਜਾ ਕੇ ਕਿ ਜਿਹੜੇ ਹੁਣ 3 ਆਰਡੀਨੈਂਸ ਸੀਗੇ, 3 ਆਰਡੀਨੈਂਸ ਦੇ ਉੱਤੇ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਸੀ, ਕਿਉਂਕਿ ਮੈਂ ਬਾਹਰ ਸੀਗਾ, ਮਾਨ ਸਾਹਿਬ ਬਤੌਰ ਪੰਜਾਬ ਦੇ ਪ੍ਰਧਾਨ, ਬਤੌਰ ਮੈਂਬਰ ਪਾਰਲੀਮੈਂਟ ਹੁੰਦੇ ਹੋਏ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ। ਬੜਾ ਬਾਖੂਬੀ ਇਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਪੰਜਾਬ ਦੇ ਮਸਲੇ ਸੀਗੇ, ਚਾਹੇ ਆਰਡੀਨੈਂਸ ਨੇਗੇ, ਚਾਹੇ ਉਹ ਇਲੈਕਟ੍ਰਿਸਿਟੀ ਦੇ ਬਿੱਲਾਂ ਜਿਹੜੀ ਗੱਲ ਆ ਉਹਦੀ ਗੱਲ ਆ, ਉਹ ਸਾਰੇ ਉੱਥੇ ਰੱਖੇ ਸੀਗੇ। ਤੁਹਾਨੂੰ ਦੱਸਣਗੇ ਵੀ ਕਿਸ ਤਰ੍ਹਾਂ ਜਿਹੜਾ ਸੁਖਬੀਰ ਸਿੰਘ ਬਾਦਲ ਜੀ ਜਿਹੜੇ ਹੁਣ ਝੂਠ ਬੋਲ ਰਹੇ ਨੇਗੇ। ਉੱਥੇ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਬੀਜੇਪੀ ਅਤੇ ਅਕਾਲੀ ਦਲ ਕਿਸਾਨ ਮਾਰੂ ਨੀਤੀਆਂ ਲੈ ਕੇ ਕਿਸਾਨਾਂ ਨੂੰ ਉਜਾੜ ਰਹੀ ਹੈ। ਕਿਵੇਂ ਪਹਿਲਾਂ ਮੰਡੀਕਰਨ ਬੋਰਡ ਖਤਮ ਕੀਤਾ ਗਿਆ ਅਤੇ ਫਿਰ ਫਸਲਾਂ ਦਾ ਨਿਰਧਾਰਿਤ ਮੁੱਲ ਖਤਮ ਕਰ ਦਿੱਤਾ ਗਿਆ, ਕਿਸਾਨਾਂ ਨੂੰ ਬੇਜ਼ਮੀਨੇ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਹਤ ਸਹੂਲਤਾਂ, ਸਿੱਖਿਆ ਅਤੇ ਖੇਤੀਬਾੜੀ ਇਹ ਤਾਂ ਰਾਜਾਂ ਦੇ ਅਧੀਨ ਆਉਂਦੇ ਹਨ। ਸਿਹਤ ਸਹੂਲਤਾਂ ਤੇ ਸਿੱਖਿਆ ਤਾਂ ਪਹਿਲਾਂ ਹੀ ਪੰਜਾਬ ਦੇ ਕੋਲੋਂ ਖੋਹ ਲਈਆਂ ਗਈਆਂ ਅਤੇ ਹੁਣ ਖੇਤੀਬਾੜੀ ਵੀ ਖੋਹ ਰਹੇ ਹਨ। ਉਹਨਾਂ ਨੇ ਕਿਹਾ ਵਿਧਾਨ ਸਭਾ ਵਿੱਚ ਉਹ ਪ੍ਰਸਤਾਵ ਰੱਖਣਗੇ ਜਿਸ ਤਰ੍ਹਾਂ ਪਹਿਲਾਂ ਪਾਣੀਆਂ ਦੇ ਸੰਬੰਧ ਵਿੱਚ ਰੱਖਿਆ ਸੀ ਅਤੇ NRC ਦਾ ਵਿਰੋਧ ਕੀਤਾ ਸੀ, ਇਸੇ ਤਰ੍ਹਾਂ ਹੀ ਕਿਸਾਨਾਂ ਦੇ ਇਸ ਮੁੱਦੇ ਨੂੰ ਉਹ ਵਿਧਾਨ ਸਭਾ ਦੇ ਵਿੱਚ ਉਠਾਉਣਗੇ। ਹੁਣ ਕੱਲ ਮੈਂ ਦੇਖਿਆ ਕਿ ਅਚਾਨਕ ਸੁਖਬੀਰ ਬਾਦਲ ਜੀ ਪ੍ਰੈਸ ਕਾਨਫਰੰਸ ਕਰ ਰਹੇ ਨੇ, ਉਹਦੀ ਵੀਡੀਓ ਰਿਲੀਜ਼ ਕਰ ਰਹੇ ਨੇ ਕਿ ਦੇਖੋ ਮੈਂ ਤਾਂ ਐਂ ਕਿਹਾ ਸੀ, ਦੇਖੋ ਮੈਂ ਤਾਂ ਐਂ ਕਿਹਾ ਸੀ। ਅਸਲ 'ਚ ਮੈਂ ਉਹ ਪੂਰੀ 4.5 ਘੰਟੇ ਦੇ ਲਗਭਗ ਮੀਟਿੰਗ ਚੱਲੀ ਹੈ, ਮੈਂ ਪੂਰੀ ਮੀਟਿੰਗ ਦੇ ਵਿੱਚ ਸ਼ਾਮਲ ਸੀ। ਤੇ ਇੱਕ ਹੋਰ ਕੱਲ੍ਹ ਦੇ ਉਹਨਾਂ ਦੇ ਸਪੋਕਸ ਪਰਸਨ ਜਿਹੜੇ ਨੇ ਸੁਖਬੀਰ ਬਾਦਲ ਜੀ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਜੀ ਕਾਂਗਰਸ ਦੀ ਸਪੋਕਸ ਪਰਸਨ ਬਣ ਕੇ ਬੋਲ ਰਹੀ ਸੀ ਕਿ ਜੀ ਭਗਵੰਤ ਮਾਨ ਤਾਂ ਪਤਾ ਨਹੀਂ ਕਦੋਂ ਕਾਂਗਰਸ 'ਚ ਸ਼ਾਮਲ ਹੋ ਸਕਦਾ ਹੈ। ਇਹ ਇਹਨਾਂ ਦੀ ਬਖਲਾਹਟ ਹੈ ਜੀ। ਦੀਵਾ ਬੁਝਣ ਤੋਂ ਪਹਿਲਾਂ ਫੜਫੜ ਜ਼ਿਆਦਾ ਕਰਦਾ ਹੁੰਦਾ, ਇਹਨਾਂ ਦਾ ਦੀਵਾ ਬੁਝ ਰਿਹਾ ਹੈ। ਅਸਲ 'ਚ ਸੱਚਾਈ ਕੀ ਹੈ ਕਿ ਅਕਾਲੀ ਦਲ ਦਾ ਕਿਸਾਨ ਵਿਰੋਧੀ ਚਿਹਰਾ ਜਿਹੜਾ ਸਾਹਮਣੇ ਆ ਗਿਆ, ਉਹ ਬਹੁਤ ਬੁਰੀ ਤਰ੍ਹਾਂ ਹੁਣ ਜਿਹੜੇ ਫਸੇ ਹੋਏ ਕਹਿ ਲਓ ਆਪਾਂ ਨੂੰ, ਕਿਉਂਕਿ ਜੇ
ਵਿਰੋਧ ਕਰਦੇ ਨੇ ਉਸ ਕਾਨੂੰਨ ਦਾ ਤਾਂ ਬੀਬਾ ਜੀ ਦੀ ਕੁਰਸੀ ਜਾਂਦੀ ਹੈ। ਜੇ ਹੱਕ 'ਚ ਜਾਂਦੇ ਨੇ ਉਸ ਕਾਨੂੰਨ ਦੇ ਤਾਂ ਰਹਿੰਦੇ ਖੁੰਦੇ ਪੰਜਾਬ 'ਚੋਂ ਲੋਕ ਵੀ ਜਾਂਦੇ ਨੇ, ਰਹਿੰਦੇ ਖੁੰਦੇ ਹੀ ਨੇ, ਉਹ ਜ਼ਿਆਦਾ ਨਹੀਂ ਹੈਗੇ ਨਾ, ਉਹ ਵੀ ਜਾਂਦੇ ਨੇ। ਸੋ ਕਿਸਾਨ ਵਿਰੋਧੀ ਚਿਹਰਾ ਜਿਹੜਾ ਹੈ, ਉਹ ਜਿਹੜਾ ਪੰਜਾਬ ਨੂੰ ਹਥਿਆਉਣ ਵਾਲੇ ਕਾਨੂੰਨ ਨੇ, ਇਹ ਉਹਨਾਂ ਨੂੰ ਸਹੀ ਠਹਿਰਾ ਕੇ ਆਪਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਲਿਆ ਰਹੇ ਨੇ। ਮੈਂ ਇਹਦੀ ਡਿਟੇਲ 'ਚ ਨਹੀਂ ਜਾਊਂਗਾ ਕਿ ਕਿਵੇਂ ਮੰਡੀਕਰਨ ਬੋਰਡ ਖਤਮ ਕਰਨ ਲੱਗੇ ਨੇ। ਮੰਡੀਕਰਨ ਬੋਰਡ ਦੀ 4000 ਕਰੋੜ ਰੁਪਏ ਦੇ ਲਗਭਗ ਫੀਸ ਹੈ, ਉਹ ਵੀ ਪੰਜਾਬ ਦੇ ਖਾਤੇ 'ਚੋਂ ਜਾਊਗੀ। ਪ੍ਰਾਈਵੇਟ ਪਲੇਅਰ ਆ ਜਾਣਗੇ ਵੱਡੇ, 20,000 ਦੇ 30,000 ਦੇ 40,000 ਏਕੜ ਦੇ ਕਲਸਟਰ ਬਣਨਗੇ। ਆਪਣੀਆਂ ਜ਼ਮੀਨਾਂ ਜਿਹੜੀਆਂ ਜੇ ਮੇਰੀ 25 ਕਿੱਲੇ 35 ਕਿੱਲੇ ਵਿਚਾਲੇ ਆ ਗਈ ਤਾਂ ਮੈਨੂੰ ਕਿਹਾ ਜਾਊਗਾ ਵੀ ਆਹ ਲੀਜ਼ ਤੇ ਸਾਈਨ ਕਰ ਦੇ। 31 ਸਾਲ ਦੀ ਲੀਜ਼ ਹੈ, ਸਰਕਾਰ ਨੇ ਆਹ ਠੇਕਾ ਨਿਰਧਾਰਿਤ ਕੀਤਾ ਤੇ 31 ਸਾਲ ਵਾਸਤੇ ਜ਼ਮੀਨ ਸਾਡੀ ਹੋ ਗਈ ਤੇ ਜੇ ਤੂੰ ਦਿਹਾੜੀ ਕਰਨੀ ਹੈ ਤਾਂ ਆ ਜੀ, ਨਹੀਂ ਤੇਰਾ ਕੋਈ ਕੰਮ ਨਹੀਂ ਇੱਥੇ। ਇਸ ਤਰ੍ਹਾਂ ਦੇ ਕਾਨੂੰਨ ਨੇ। MSP ਜਿਹੜੀ ਹੈ, ਸਿਰਫ 2 ਸਟੇਟਾਂ 'ਚ MSP ਚੱਲ ਰਹੀ ਹੈ ਕਾਮਯਾਬ ਤਰੀਕੇ ਨਾਲ, ਹਰਿਆਣਾ ਤੇ ਪੰਜਾਬ, ਕਿਉਂਕਿ ਸਾਡਾ ਪ੍ਰੋਕਿਉਰਮੈਂਟ ਸਿਸਟਮ ਬਹੁਤ ਵਧੀਆ। ਉਹਨੂੰ ਵੀ ਇਹ ਖਤਮ ਕਰਨ ਦੇ ਰਾਹ ਵੱਲ ਨੂੰ ਕਾਨੂੰਨ ਲੈ ਕੇ ਆ ਰਹੇ ਨੇ। ਆਰਡੀਨੈਂਸ, ਪਹਿਲੀ ਗੱਲ ਤਾਂ ਇਹ ਮੈਂ ਉੱਥੇ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਗੱਲ ਕਹੀ ਸੀ ਕਿ ਜਿਹੜਾ ਆਰਡੀਨੈਂਸ ਹੁੰਦਾ ਉਹ ਉਦੋਂ ਲਿਆਂਦਾ ਜਾਂਦਾ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਵੇ, ਕੋਈ ਸੰਵਿਧਾਨਕ ਸੰਸਥਾਵਾਂ ਕੰਮ ਨਾ ਕਰ ਰਹੀਆਂ ਹੋਣ। ਹੁਣ ਕਿਹੜੀ ਐਮਰਜੈਂਸੀ ਲੱਗੀ ਹੋਈ ਹੈ ਕਿ ਆਰਡੀਨੈਂਸ ਲੈ ਕੇ ਆ ਰਹੇ ਪੈ ਰਹੇ ਨੇ? ਹੁਣ ਕਿਹੜੀ ਖੇਤੀ ਨਾਲ ਸੰਬੰਧਿਤ ਹੈ ਜੀ ਐਮਰਜੈਂਸੀ ਆ ਗਈ ਕਿ ਇੱਕਦਮ ਆਰਡੀਨੈਂਸ ਲੈ ਕੇ ਆਉਣੇ ਪੈ ਰਹੇ ਨੇ? ਪਾਰਲੀਮੈਂਟ ਕਿਉਂ ਨਹੀਂ ਬੁਲਾਈ ਜਾ ਰਹੀ? ਨੇਪਾਲ ਦੀ ਪਾਰਲੀਮੈਂਟ ਚੱਲ ਰਹੀ ਹੈ ਤਾਂ ਸਾਡੀ ਕਿਉਂ ਨਹੀਂ ਚੱਲ ਰਹੀ? ਇਹ ਗੱਲ ਮੈਂ ਉੱਥੇ ਆਲ ਪਾਰਟੀ ਮੀਟਿੰਗ 'ਚ ਕਹੀ ਹੈ। ਤੇ ਆਲ ਪਾਰਟੀ ਮੀਟਿੰਗ ਦੇ ਵਿੱਚ ਬਾਕੀ ਸਾਰੇ ਇਕੱਲੇ ਸੀਗੇ। ਅਕਾਲੀ ਦਲ ਟਿੱਡੀ ਦਲ ਵਾਂਗੂ ਆਏ ਸੀਗੇ, 5 ਜਾਣੇ ਸੀਗੇ ਜੀ। ਤੋਤਾ ਸਿੰਘ ਇੱਥੇ ਬੈਠੇ ਸੀ, ਚੰਦੂ ਮਾਜਰਾ ਜੀ ਇੱਥੇ ਬੈਠੇ ਸੀ, ਇੱਥੇ ਬੈਠੇ ਸੀਗੇ ਭੂੰਦੜ ਸਾਹਿਬ, ਪਰਲੇ ਪਾਸੇ ਚੀਮਾ ਜੀ, ਵਿਚਾਲੇ ਸੁਖਬੀਰ ਜੀ, ਔਰ 5 ਜਾਣੇ ਕਾਗਜ਼ ਪੱਤਰ ਪੂਰੇ ਲੈ ਕੇ ਆਏ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅੱਜ ਸਾਡਾ ਚਿਹਰਾ ਨੰਗਾ ਹੋਣਾ। ਪਰ ਜਿਹੜੇ ਝੂਠ ਦੇ ਪੈਰ ਨਹੀਂ ਹੁੰਦੇ, ਉਹ ਚਿਹਰਾ ਨੰਗਾ ਹੋ ਗਿਆ ਜੀ, ਕਿਉਂਕਿ ਸਾਰੀਆਂ ਪਾਰਟੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਦੇਖੋ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ, ਸੰਵਿਧਾਨ 'ਚ ਲਿਖਿਆ ਹੋਇਆ ਹੈ ਹੈਲਥ, ਐਜੂਕੇਸ਼ਨ ਐਂਡ ਐਗਰੀਕਲਚਰ ਇਸ ਰਾਜਾਂ ਦਾ ਵਿਸ਼ਾ ਹੈ, ਇਹ ਰਾਜਾਂ ਦੇ ਅਧਿਕਾਰ ਨੇ। ਹੈਲਥ ਤੇ ਐਜੂਕੇਸ਼ਨ ਸਭ ਤੋਂ ਪਹਿਲਾਂ ਹੀ ਖੋਲੀ, ਰਹਿ ਗਈ ਸੀ ਅਗਲੀ ਐਗਰੀਕਲਚਰ, ਉਹ ਵੀ ਲੱਗੇ ਨੇ ਹੁਣ ਖੋਣ, ਤੇ ਰਾਜਾਂ ਕੋਲ ਕੀ ਰਹਿ ਜਾਊਗਾ? ਇਸ ਕਰਕੇ ਸਾਰਿਆਂ ਨੇ ਇਹ ਕਿਹਾ, ਮੈਂ ਜਦੋਂ ਮੇਰਾ ਪੱਖ ਰੱਖਣ ਦੀ ਵਾਰੀ ਆਈ, ਤੁਸੀਂ ਸੁਣਿਆ ਵੀ ਹੋਊਗਾ, ਮੈਂ ਰੱਖਿਆ ਕਿ ਜੀ ਸਪੈਸ਼ਲ ਸੈਸ਼ਨ ਬੁਲਾਓ ਵਿਧਾਨ ਸਭਾ ਦਾ ਤੇ ਪ੍ਰਸਤਾਵ ਪਾਸ ਕਰੋ, ਜਿਵੇਂ NRC ਦੇ ਵਿਰੁੱਧ ਕੀਤਾ ਸੀ, ਜਿਵੇਂ ਕੈਪਟਨ ਸਾਹਿਬ, ਮੈਂ ਕਿਹਾ ਸੀ ਕੈਪਟਨ ਸਾਹਿਬ ਨੂੰ, ਜਿਵੇਂ ਤੁਸੀਂ ਇੱਕ ਵਾਰੀ ਪਾਣੀ ਦਾ ਐਕਟ ਬਾਰੇ ਵੀ ਸਪੈਸ਼ਲ ਸੈਸ਼ਨ ਬੁਲਾ ਕੇ ਕੀਤਾ ਸੀ। ਤਾਂ ਇਹਨੂੰ ਸਹੀ ਠਹਿਰਾ ਰਹੇ ਸੀ ਸੁਖਬੀਰ ਬਾਦਲ ਜੀ, ਕਹਿੰਦੇ ਜੀ ਇਹ ਫਿਰ ਕੀ ਹੁੰਦਾ ਜੀ, ਅੰਬਾਨੀ ਅਡਾਨੀ ਆ ਜਾਣਗੇ, ਫਿਰ ਕੀ ਹੁੰਦਾ ਜੇ ਮਲਟੀਨੈਸ਼ਨਲ ਕੰਪਨੀ ਆ ਜਾਣਗੀਆਂ, ਇਹਦੇ ਨਾਲ ਕਿਸਾਨਾਂ ਨੂੰ ਆਹ ਫਾਇਦਾ ਹੋ ਜੂ, ਇਹਦੇ ਨਾਲ ਆਹ ਫਾਇਦਾ ਹੋ ਜੂ, ਇਹਦੇ ਨਾਲ। ਸੁਖਬੀਰ ਬਾਦਲ ਇਕੱਲਾ ਫਾਇਦੇ ਗਿਣਾ ਰਹੇ ਸੀ, ਬਾਕੀ ਸਾਰੇ ਨੁਕਸਾਨ ਗਿਣਾ ਰਹੇ ਸੀ। ਮੈਂ ਵੀ ਇਹ ਕਿਹਾ ਸੀ, ਮੈਂ ਸੁਖਬੀਰ ਜੀ ਜੇ ਤੁਸੀਂ ਇੰਨੇ ਫਾਇਦੇ ਹੁੰਦੇ ਨੇ, ਫਿਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਸੜਕਾਂ 'ਤੇ ਵਿਰੋਧ ਕਰ ਰਹੀਆਂ ਨੇ, ਫਿਰ ਇਹਦਾ ਮਤਲਬ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਕਿੰਨੇ ਫਾਇਦੇ ਹੋਣਗੇ ਇਹਦੇ ਨਾਲ। ਅਸਲ 'ਚ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਨਹੀਂ, ਇਹ 'ਚ ਬਹੁਤ ਵੱਡਾ ਇੱਕ ਹਿਡਨ ਫਾਇਦਾ, ਜਿਸ ਤਰੀਕੇ ਨਾਲ ਇਹ ਅਕਾਲੀ ਦਲ ਵਾਲੇ ਸੁਖਬੀਰ ਬਾਦਲ ਹੋਣੀ ਸਪੋਰਟ ਕਰ ਰਹੇ ਨੇ ਕਿ ਹਾਂਜੀ ਖੇਤੀ ਨਿੱਜੀ ਹੱਥਾਂ 'ਚ ਚਲੀ ਜਾਣੀ ਚਾਹੀਦੀ ਹੈ, ਵੱਡੇ ਅੰਬਾਨੀ ਅਡਾਨੀ ਐਗਰੋਜ਼ ਉਹਨਾਂ ਦੀਆਂ ਆ ਜਾਣੀਆਂ ਚਾਹੀਦੀਆਂ ਨੇ, ਜਿਸ ਤਰੀਕੇ ਨਾਲ ਕਰ ਰਹੇ ਨੇ, ਮੈਨੂੰ ਸ਼ੱਕ ਨਹੀਂ, ਮੈਨੂੰ ਯਕੀਨ ਹੈ ਵੀ ਜਦੋਂ ਅੰਬਾਨੀਜ਼ ਐਂਡ ਅਡਾਨੀਜ਼ ਖੇਤੀ ਦੇ ਵਿੱਚ ਆ ਗਏ ਪੰਜਾਬ 'ਚ, ਤਾਂ ਸੁਖਬੀਰ ਬਾਦਲ ਹੋਰਾਂ ਦਾ ਇਹਨਾਂ 'ਚ ਹਿੱਸਾ ਹੋਊਗਾ। ਹਿੱਸਾ ਕੀ ਮਤਲਬ, ਪੰਜਾਬ ਦੇ ਇੰਚਾਰਜ ਇਹੀ ਹੋਣਗੇ। ਬੱਸਾਂ ਪਹਿਲਾਂ ਇਹਨਾਂ ਕੋਲੇ ਨੇ, ਕੇਵਲ ਇਹਨਾਂ ਕੋਲੇ ਐਕਸਾਈਜ਼, ਇਹਨਾਂ ਕੋਲੇ ਰੇਤਾ, ਇਹਨਾਂ ਕੋਲੇ ਹੈ। ਹੁਣ ਖੇਤੀ ਵਾਲੇ ਬਿਜ਼ਨਸ 'ਚ ਆਹ ਜਿਹੜਾ ਆਰਡੀਨੈਂਸ ਹੈ ਇਹ ਖੁੱਲ੍ਹ ਦੇ ਰਿਹਾ ਕਿ ਆ ਜਾਓ ਜੀ। ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਵੀ ਜਾਂਦੇ ਰਹਿੰਦੇ ਹੋ, ਕਦੇ ਇੱਧਰੋਂ ਜਾਓਗੇ ਤਲਵੰਡੀ ਭਾਈ ਤੋਂ ਜੇ
ਤੁਸੀਂ ਮੁੜ ਜਾਓਗੇ ਸੱਜੇ ਨੂੰ ਮੋਗੇ ਨੂੰ ਤਾਂ ਡਾਗਰੂ ਵਾਲੇ ਫਾਟਕ ਤੋਂ ਪਹਿਲਾਂ ਸੱਜੇ ਪਾਸੇ ਅੰਡਾਨੀਆਂ ਦਾ ਇੱਕ ਬਹੁਤ ਵੱਡਾ ਸਾਈਲੋ ਬਣਿਆ ਹੋਇਆ, ਉਹ ਹਜੇ 18 ਹੋਰ ਆ ਰਹੇ ਨੇ ਪੰਜਾਬ 'ਚ। ਮੰਡੀਆਂ ਖਤਮ, ਠੀਕ ਹੈ ਜੀ, ਵੱਡੇ ਪਲੇਅਰ ਆਉਣਗੇ, ਇਹਨਾਂ ਦਾ ਵਿੱਚ ਹਿੱਸਾ ਹੋਊਗਾ, ਇਸੇ ਕਰਕੇ ਸਪੋਰਟ ਕਰ ਰਹੇ ਨੇ। ਨਹੀਂ ਤਾਂ ਅੱਛਾ ਉੱਥੇ ਆਲ ਪਾਰਟੀ ਮੀਟਿੰਗ 'ਚ ਤਾਂ ਕਹੀ ਗਿਆ, ਕਹਿੰਦੇ ਵੀ ਕਿਸਾਨਾਂ ਵਾਸਤੇ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਆ ਜੀ। ਆਮ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਉਹ ਮਤਲਬ ਕਿਸਾਨੀ ਵਾਸਤੇ, ਕਿਸਾਨਾਂ ਦੇ ਹੱਕਾਂ ਵਾਸਤੇ ਕੋਈ ਗੱਠਜੋੜ ਨਹੀਂ ਦੇਖੂ, ਕੋਈ ਕੁਛ ਨਹੀਂ ਦੇਖੂ, ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ। ਤੇ ਮੈਂ ਕਿਹਾ ਜੀ ਫਿਰ ਕਦੋਂ ਹੋਊਗੇ ਕੁਰਬਾਨੀ? ਇਹ ਜਦੋਂ ਇਹ ਆਰਡੀਨੈਂਸ ਕੈਬਨਿਟ 'ਚ ਪਾਸ ਹੋ ਰਹੇ ਸੀ ਉਦੋਂ ਹਰਸਿਮਰਤ ਕੌਰ ਉੱਥੇ ਬੈਠੀ ਸੀ, ਫਿਰ ਉੱਥੋਂ ਬਾਈਕਾਟ ਕਰ ਦਿੰਦੇ। ਉਦੋਂ ਉਹ ਉੱਥੋਂ ਛੱਡ ਕੇ ਤੁਰ ਜਾਂਦੇ ਵੀ ਨਹੀਂ ਇਹ ਤਾਂ ਗਲਤ ਕਾਨੂੰਨ ਹੈ, ਅਸੀਂ ਤਾਂ ਅਲਾਉ ਨਹੀਂ ਕਰਦੇ। ਅਸਲ 'ਚ ਸੁਖਬੀਰ ਬਾਦਲ ਬਿਲਕੁਲ ਸਹੀ ਕਹਿ ਰਿਹਾ, ਬਾਦਲ ਦਾ ਟੱਬਰ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹੈ ਹਰਸਿਮਰਤ ਕੌਰ ਦੀ ਕੁਰਸੀ ਬਚਾਉਣ ਵਾਸਤੇ। ਚਾਹੇ ਪੰਜਾਬ ਦੇ ਜਿਹੜੇ ਮਰਜ਼ੀ ਹੱਕ ਇਹਨਾਂ ਤੋਂ ਲਿਖਾ ਲਓ, ਹਰਸਿਮਰਤ ਦੀ ਕੁਰਸੀ ਨਹੀਂ ਜਾਣੀ ਚਾਹੀਦੀ। ਮੈਂ ਕਿਹਾ ਅੱਜ ਵੀ ਤੁਹਾਡੇ ਸਾਹਮਣੇ ਕਹਿਣਾ, ਸੁਖਬੀਰ ਬਾਦਲ ਜੀ ਤੁਹਾਨੂੰ ਦੋਨ ਚੋਂ ਇੱਕ ਚੁਣਨਾ ਪਊ ਹੁਣ, ਕਿਸਾਨੀ ਜਾਂ ਕੁਰਸੀ। ਉੱਥੇ ਜੇਕਰ ਗੱਲ ਕਰੀਏ ਲੁਧਿਆਣਾ ਦੀ, ਤਾਂ ਲੁਧਿਆਣਾ ਦੇ ਵਿੱਚ ਅੱਜ ਚੀਨ ਨਾਲ ਹਿੰਸਾ ਵਿੱਚ ਭਾਰਤੀ ਫੌਜੀ ਜਵਾਨਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹੋਏ ਕਾਂਗਰਸ ਪਾਰਟੀ ਵੱਲੋਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਮੋਮਬੱਤੀਆਂ ਜਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਕਾਂਗਰਸ ਸਰਕਾਰ ਕੋਲੋਂ ਚੀਨ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਚੀਨ ਨਾਲ ਹੋਈ ਹਿੰਸਾ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਭਾਰਤੀ ਫੌਜੀਆਂ ਦੇ ਮਹਾਨ ਬਲੀਦਾਨ ਨੂੰ ਸਲਾਮ ਕਰਦੇ ਹਨ ਅਤੇ ਦੇਸ਼ ਭਰ ਵਿੱਚ ਇਹ ਦਿਨ ਮਨਾ ਰਹੇ ਹਨ। ਕਾਂਗਰਸੀ ਆਗੂਆਂ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਭੜਾਸ ਕੱਢੀ। ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਾਡੇ ਫੌਜੀ ਜਵਾਨਾਂ ਨੂੰ ਚੀਨੀ ਫੌਜੀਆਂ ਤੇ ਹਥਿਆਰ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਇਲਾਵਾ ਕਾਂਗਰਸੀ ਨੇਤਾਵਾਂ ਨੇ ਪੈਟਰੋਲ ਡੀਜ਼ਲ ਦੀਆਂ ਦਿਨੋਂ ਦਿਨ ਵਧ ਰਹੀਆਂ ਕੀਮਤਾਂ ਲਈ ਵੀ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਚਾਈਨਾ ਦੀ ਧਰਤੀ ਤੇ ਜਦੋਂ ਕਿ ਉੱਤੇ ਪਤਾ ਕਿ ਸਾਡੀ ਚਾਈਨਾ ਨਾਲ ਬੰਦੀ ਨਹੀਂ, ਚਾਈਨਾ ਹਰ ਵੇਲੇ ਸਾਡੇ ਹਲਕੇ ਦੇ ਵਿੱਚ, ਇੰਡੀਆ ਦੇ ਵਿੱਚ ਕਿਤੇ ਨਾ ਕਿਤੇ ਘੁਸਪੈਠ ਕਰਦਾ ਰਹਿੰਦਾ। ਤੇ ਮੋਦੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਮੋਦੀ ਸਾਹਿਬ ਜਦੋਂ ਸਾਨੂੰ ਪਤਾ ਕਿ ਉਹ ਸਾਡੇ ਨਾਲ ਢਿੱਡੋਂ ਠੀਕ ਨਹੀਂ ਹੈਗਾ ਤੇ ਆਪਾਂ ਉੱਥੇ ਜੇ ਆਪਣੇ ਨਿਹੱਥੇ ਬੰਦਿਆਂ ਨੂੰ ਉੱਥੇ ਭੇਜਾਂਗੇ, ਬਿਨਾਂ ਅਸਰ ਤੋਂ ਭੇਜਾਂਗੇ, ਉਹਨੂੰ ਸਾਡੇ 20 ਸ਼ਹੀਦਾਂ ਨੂੰ ਉਹਨੇ ਸ਼ਹੀਦ ਕਰ ਦਿੱਤਾ। ਉਹਨਾਂ ਜ਼ਿਕਰ ਕਰਨ ਵੀ ਸੀ 4 ਸਾਡੇ ਪੰਜਾਬ ਦੇ ਜਵਾਨ ਵੀ ਸੀ। ਸਭ ਤੋਂ ਪਹਿਲਾਂ ਅਸੀਂ ਅੱਜ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ। ਔਰ ਇਹਦੇ ਨਾਲ ਨਾਲ ਅਸੀਂ ਮੋਦੀ ਸਾਹਿਬ ਤੋਂ ਪੁੱਛਣਾ ਵੀ ਚਾਹੁੰਦੇ ਹਾਂ ਕਿ ਉਹ ਬਾਰ-ਬਾਰ ਸਾਡੇ ਹਲਕੇ 'ਚ ਘੁਸਪੈਠ ਕਰ ਰਿਹਾ, ਤੁਸੀਂ ਇਹਨਾਂ ਦੇ ਖਿਲਾਫ ਐਕਸ਼ਨ ਕਿਉਂ ਨਹੀਂ ਲੈਂਦੇ? ਸਾਡੀ ਜ਼ਮੀਨ 'ਤੇ ਵੀ, ਸਾਡੇ ਦੇਸ਼ ਦੀ ਧਰਤੀ 'ਤੇ ਵੀ ਉਹ ਕਬਜ਼ਾ ਕਰੀ ਬੈਠਾ ਹੈ ਤੇ ਸਾਡਾ ਇਹ ਫਰਜ਼ ਬਣਦਾ ਆਪਣੀ ਜਿਹੜੀ ਸਾਡੀ ਜ਼ਮੀਨ ਹੈ ਉਹ ਵੀ ਅਸੀਂ ਉਹਨਾਂ ਕੋਲੋਂ ਵਾਪਸ ਲਈਏ ਔਰ ਫਿਰ ਕਦੇ ਇੱਦਾਂ ਦੀ ਇਹ ਹਰਕਤ ਨਾ ਕਰੇ। ਇਸ ਕਰਕੇ ਆਪਣੇ ਜਵਾਨਾਂ ਨੂੰ ਤਕੜਾ ਕਰਨਾ ਚਾਹੀਦਾ। ਇਸ ਤਰ੍ਹਾਂ ਇੱਕ ਜਵਾਨ ਦੇ ਉੱਤੇ ਪਤਾ ਤਿਆਰ ਕਰਨ ਲਈ ਕਰੋੜਾਂ ਰੁਪਏ ਖਰਚਾ ਆਉਂਦਾ। ਔਰ ਮੈਂ ਕਹਿੰਦਾ ਇਹਨਾਂ 'ਚ 4 ਜਵਾਨ ਐਸੇ ਸੀ ਜਿਨ੍ਹਾਂ ਦੀ ਸ਼ਾਦੀ ਹੋਣ ਵਾਸਤੇ ਜਾ ਰਹੀ ਸੀ, ਉਹਨਾਂ ਦੇ ਘਰ ਦੇ ਵਿੱਚ ਖੁਸ਼ੀਆਂ ਰਚਾਈਆਂ ਜਾ ਰਹੀਆਂ ਸੀ। ਔਰ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੋਈ ਹੈ। ਅਸੀਂ ਅੱਜ ਉਹਨਾਂ ਮੋਦੀ ਸਾਹਿਬ ਤੋਂ ਬਾਰ-ਬਾਰ ਇਹ ਪੁੱਛਣਾ ਚਾਹੁੰਦੇ ਹਾਂ, ਕਿਰਪਾ ਕਰਕੇ ਫਿਰ ਸਾਡਾ ਕੋਈ ਫੌਜੀ, ਸਾਡੇ ਦੇਸ਼ ਦਾ ਜਵਾਨ ਫਿਰ ਸ਼ਹੀਦ ਨਾ ਹੋਵੇ। ਇਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਉਹ ਚਾਈਨਾ ਦੇ ਖਿਲਾਫ ਕੀਤੀ ਜਾਵੇ ਤਾਂ ਕਿ ਕੋਈ ਫਿਰ ਸਾਡਾ ਨੁਕਸਾਨ ਜਵਾਨ ਕਿਸੇ ਦਾ ਨਾ ਹੋ ਸਕੇ। ਸਰ, ਪੈਟਰੋਲ ਤੇ ਡੀਜ਼ਲ ਦੀ ਕੀਮਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਦੇਖੋ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵੱਧ ਰਹੀਆਂ। ਜਦੋਂ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਦੇਖੋ 20 ਰੁਪਏ ਲੀਟਰ ਉਹਨਾਂ ਨੇ ਡੀਜ਼ਲ, 15 ਰੁਪਏ ਲੀਟਰ ਪੈਟਰੋਲ ਦੇ ਰੇਟ ਘੱਟ ਕਰ ਦਿੱਤੇ ਆ। ਜਦੋਂ ਕਿ ਅਸੀਂ ਕਰੋਨਾ ਦੀ ਮਹਾਮਾਰੀ ਦੇ ਵਿੱਚੋਂ ਗੁਜ਼ਰ ਰਹੇ ਹਾਂ, ਸਾਡੇ ਲੋਕਾਂ ਦੇ ਕਾਰੋਬਾਰ ਹੈ ਨਹੀਂ ਤੇ ਲੋਕ ਘਰਾਂ ਵਿੱਚ ਬੈਠੇ ਨੇ, ਉਹਨਾਂ ਕੋਲ ਖਾਣ ਨੂੰ ਰੋਟੀਆਂ ਨਹੀਂ। ਔਰ ਇੱਦਾਂ ਦੇ ਮੌਕੇ 'ਤੇ ਤਾਂ ਮੈਂ ਸਮਝਦਾ ਕਿ ਦੇਸ਼ ਦੇ ਲੋਕਾਂ ਦੇ ਜ਼ਖਮਾਂ 'ਤੇ ਮਰਹਮ ਲਾਉਣ ਦੀ ਲੋੜ ਹੈ ਤਾਂ ਕਿ ਉਹਨਾਂ ਦੇ ਉੱਤੇ ਕਿਸ਼ਤਾਂ 'ਚ ਤਸ਼ੱਦਦ ਕਰਨ ਦੀ ਲੋੜ ਹੈ। ਰੇਟ ਉਹਨਾਂ ਨੂੰ ਘਟਾਉਣੇ ਚਾਹੀਦੇ ਨੇ। ਅਸੀਂ ਇਸ ਗੱਲ ਦਾ ਪ੍ਰੋਟੈਸਟ ਔਰ ਵਿਰੋਧ ਕਰਦੇ ਹਾਂ। ਕਾਂਗਰਸ ਪਾਰਟੀ ਦੇ ਪ੍ਰਧਾਨ ਸਾਹਿਬਾਨ ਵੱਲੋਂ ਸਾਰੇ ਦੇਸ਼ ਦੇ ਵਿੱਚ ਜਿਹੜੇ ਸ਼ਹੀਦ ਹੋਏ, ਸ਼ਹੀਦਾਂ ਲਈ ਜਿਹੜਾ ਇੱਕ ਬਹੁਤ ਵੱਡਾ, ਮੈਂ ਸਮਝਦਾ ਕਿ ਦਿਲੋਂ ਉਹਨਾਂ ਨੇ ਉਹਨਾਂ ਨੂੰ ਸਲੂਟ ਕਰਨ ਲਈ, ਉਹਨਾਂ ਨੂੰ ਸ਼ਰਧਾ ਦੇ ਸਤਿਕਾਰ ਭੇਂਟ ਕਰਨ ਲਈ ਇਹ ਪ੍ਰੋਗਰਾਮ ਲਿਖਿਆ। ਇੱਥੋਂ ਪਤਾ ਲੱਗਦਾ ਕਿ ਦੇਸ਼ ਦੇ ਪ੍ਰਤੀ ਕਿਹਦਾ ਪਿਆਰ ਵੱਧਦਾ, ਕਿਉਂਕਿ ਮੋਦੀ ਸਾਹਿਬ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ
ਤੇ ਜਿਹਦੇ ਨਤੀਜੇ ਅੱਜ ਸਾਡੇ ਸਾਹਮਣੇ ਆ ਰਹੇ ਨੇ। ਤੇ ਜੇ ਸਾਡੇ ਫੌਜੀ ਸ਼ਹੀਦ ਹੋਏ ਨੇ, ਮੈਂ ਸਮਝਦਾ ਇਹਦੇ ਵਿੱਚ ਮੋਦੀ ਸਰਕਾਰ ਦੀ ਨਾਕਾਮੀ ਜਿਹੜੀ ਬਿਲਕੁਲ ਸਾਹਮਣੇ ਆ ਰਹੀ ਆ। ਸੋ ਅਸੀਂ ਉਹ ਸ਼ਹੀਦੀ ਪਰਿਵਾਰਾਂ ਨੂੰ, ਸ਼ਹੀਦ ਹੋਏ ਵੀਰਾਂ ਨੂੰ ਸਲੂਟ ਕਰਦੇ ਹਾਂ, ਜਿਹੜੇ ਇਹਨਾਂ ਨੇ ਇਸ ਦੇਸ਼ ਦੀ ਖਾਤਰ ਕੁਰਬਾਨੀ ਕੀਤੀ। ਤੇ ਜਿਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਸਦਕਾ ਇਹ ਦੇਸ਼ ਦੇ ਵਿੱਚ ਅਸੀਂ ਆਨੰਦ ਮਾਣ ਰਹੇ ਹਾਂ। ਸੋ ਉਹਨਾਂ ਨੂੰ ਅੱਜ ਅਸੀਂ ਸਲੂਟ ਕਰਦੇ ਹਾਂ। ਸਾਡੀ ਕਾਂਗਰਸ ਪਾਰਟੀ ਸਾਰੀ ਦੇਸ਼ ਦੇ ਵਿੱਚ ਅੱਜ ਉਹਨਾਂ ਦੇ ਲਈ ਇਕੱਠੇ ਹੋ ਕੇ ਉਹਨਾਂ ਦੇ ਪਰਿਵਾਰਾਂ ਲਈ ਅਰਦਾਸ ਕਰ ਰਹੇ ਹਾਂ। ਸੋ ਉਹਦਾ ਮਕਸਦ ਇਹ ਆ ਤਾਂ ਕਿ ਸੁੱਤੀ ਪਈ ਬੀਜੇਪੀ ਸਰਕਾਰ, ਜਿਹੜੀ ਵੱਧ ਗੱਲਾਂ ਕਰਨ ਵਾਲੀ ਸਰਕਾਰ, ਉਹਨੂੰ ਕਿਤੇ ਨਾ ਕਿਤੇ ਇਸ ਗੱਲ ਦਾ ਮਹਿਸੂਸ ਹੋਵੇ ਕਿ ਅਗਲੀ ਵਾਰੀ ਐਸੀ ਕੋਈ ਗਲਤੀ ਨਾ ਹੋ ਸਕੇ ਜਿਹਦੇ ਨਾਲ ਸਾਡਾ ਦੁਬਾਰੇ ਸਾਡੇ ਜਵਾਨਾਂ ਦਾ ਕੋਈ ਨੁਕਸਾਨ ਹੋ ਸਕੇ। ਉੱਥੇ ਹੀ ਬਰਨਾਲਾ ਤੋਂ ਤਕਰੀਬਨ 10 ਕੁ ਦਿਨ ਪਹਿਲਾਂ ਚੀਨ ਦੇ ਬਾਰਡਰ ਤੇ ਚੀਨੀਆਂ ਦੁਆਰਾ ਸ਼ਹੀਦ ਕੀਤੇ ਗਏ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਜ਼ਿਲ੍ਹੇ ਦੇ ਕਾਂਗਰਸੀ ਆਗੂ ਅਤੇ ਵਰਕਰ ਅੱਜ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੱਖਣ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਇਕੱਤਰ ਹੋਏ, ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਦੇਸ਼ ਅੰਦਰ ਫੈਲੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਪਣੀ ਹੀ ਸਰਕਾਰ ਤੇ ਵਿਭਾਗ ਦੁਆਰਾ ਨਿਰਧਾਰਿਤ ਕੀਤੀ ਆਪਸੀ ਦੂਰੀ ਦੇ ਨਿਯਮਾਂ ਦੀਆਂ ਸ਼ਰੇਆਮ ਜੰਮ ਕੇ ਧੱਜੀਆਂ ਉਡਾਈਆਂ। 1 ਘੰਟੇ ਦੇ ਇਸ ਪ੍ਰੋਗਰਾਮ ਦੌਰਾਨ ਕਾਂਗਰਸੀ ਆਗੂ ਅਤੇ ਵਰਕਰ ਲਾਗੂ ਨਿਯਮਾਂ ਦੀ ਪਾਲਣਾ ਕਰਨ ਦੀ ਬਜਾਏ ਭੀੜ 'ਚ ਮਾਸਕ ਪਾਉਣ ਤੇ ਆਪਸੀ 2 ਮੀਟਰ ਦੀ ਦੂਰੀ ਨੂੰ ਧਿਆਨ 'ਚ ਰੱਖਣ ਦੇ ਉਲਟ ਆਪਸ 'ਚ ਜੁੜ ਕੇ ਬੈਠੇ ਨਜ਼ਰ ਆਏ। ਇੱਥੋਂ ਤੱਕ ਖੁਦ ਚੇਅਰਮੈਨ ਸਾਹਿਬ ਨੇ ਵੀ ਮਾਸਕ ਪਹਿਨਣਾ ਜਾਇਜ਼ ਨਹੀਂ ਸਮਝਿਆ। ਇੱਕ ਫੋਟੋ ਖਿੱਚਣ ਵਾਲੇ ਦੇ ਕਹਿਣ ਤੇ ਇੱਕ ਨੌਜਵਾਨ ਆਗੂ ਦੁਆਰਾ ਮੌਕੇ ਤੇ ਹੀ ਮੋਮਬੱਤੀਆਂ ਦਾ ਪ੍ਰਬੰਧ ਕੀਤਾ ਗਿਆ। ਮੌਕੇ ਤੇ ਇਹ ਵੇਖਿਆ ਗਿਆ ਕਿ ਆਮ ਲੋਕਾਂ ਦੁਆਰਾ ਕੀਤੀ ਜਾਣ ਵਾਲੀ ਇਕੱਤਰਤਾ ਤੇ ਡਾਂਗ ਭਰਾਉਣ ਵਾਲੀ ਪੁਲਿਸ ਵੀ ਇਸ ਦੌਰਾਨ ਮੂਕ ਦਰਸ਼ਕ ਬਣੀ ਹੋਈ ਸੀ। ਕਿਸ ਸੰਬੰਧ ਚ ਲਾਇਆ ਸੀ ਅੱਜ ਜਿਹੜਾ ਅੱਜ ਇਹ ਅਸੀਂ ਜੋ ਪਿਛਲੇ ਦਿਨੀ ਚੀਨ ਦੇ ਨਾਲ ਲੜਾਈ ਲੜਦੇ ਸਾਡੇ ਜਵਾਨ ਸ਼ਹੀਦ ਹੋਏ ਆ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅੱਜ ਦਾ ਇਹ 1 ਘੰਟੇ ਦਾ ਪ੍ਰੋਗਰਾਮ ਜੋ ਸਾਡੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਜੀ, ਸਾਡੇ ਜ਼ਿਲ੍ਹੇ ਦੇ ਇੰਚਾਰਜ ਸਰਦਾਰ ਕੇਵਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਅੱਜ ਇਹ 1 ਘੰਟੇ ਲਈ ਮੌਨ ਵਾਸਤੇ ਬੈਠੇ ਹਾਂ। ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਿਹਾ ਸਰਦਾਰ ਕੇਵਲ ਸਿੰਘ ਢਿੱਲੋਂ ਦੀ ਅਗਵਾਈ 'ਚ ਜਿਹੜੇ ਆਪਣੇ ਸ਼ਹੀਦ ਲੇਹ ਦਾਗ ਸ਼ਹੀਦ ਹੋਇਆ 20 ਸ਼ਹੀਦ ਜਿਨ੍ਹਾਂ 'ਚੋਂ 4 ਪੰਜਾਬ ਦੇ ਆ, ਉਹਨਾਂ ਲਈ ਸਾਡੀ ਕਾਂਗਰਸ ਪਾਰਟੀ ਨੇ ਅੱਜ ਸਾਰੇ ਪੂਰੇ ਪੰਜਾਬ ਵਿੱਚ ਸ਼ਰਧਾਂਜਲੀਆਂ ਦੇਣ ਦਾ ਪ੍ਰੋਗਰਾਮ ਮਿੱਥਿਆ ਸੀ। ਇਸ ਕਰਕੇ ਅਸੀਂ 11 ਤੋਂ ਲੈ ਕੇ 12 ਵਜੇ ਤੱਕ ਸ਼ਰਧਾਂਜਲੀਆਂ ਦਿੰਦੇ ਹਾਂ। ਚੀਨ ਦੇ ਜਿਹੜੇ ਪ੍ਰੋਜੈਕਟ ਅਸੀਂ ਉਹਨਾਂ ਨੂੰ ਵੀ ਨਿਖਾਰਦੇ ਆ ਵੀ ਜਿਹੜੇ ਚੀਨ ਦੇ ਪ੍ਰੋਜੈਕਟ ਆਪਾਂ ਵਰਤਦੇ ਆਉਂਗੇ। ਹੁਣ ਵੱਧਦੇ ਹਾਂ ਅੰਮ੍ਰਿਤਸਰ ਵੱਲ। ਅੱਜ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਦੇ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕੇ ਦੇ ਦੌਰੇ ਦੌਰਾਨ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਮਾਨਾਵਾਲਾ ਵਿਖੇ ਸਮਾਰਟ ਛੱਪੜ ਬਣਾਉਣ ਅਤੇ ਪਿੰਡ ਮੋਹਲਕੇ ਵਿਖੇ ਪੁਲ ਦਾ ਉਦਘਾਟਨ ਕੀਤਾ। ਇਸ ਮੌਕੇ ਮੰਤਰੀ ਸਰਕਾਰੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾਂ ਨੂੰ ਖੁੱਲ੍ਹੀਆਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸੁੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਜਦੋਂ ਆਈਦਾ ਇਲਾਕੇ ਦੇ ਵਿੱਚ ਆਈਦਾ ਤੇ ਜਿੱਥੇ ਜਿੱਥੇ ਵੀ ਸਾਡੇ ਕੋਈ ਡਿਵੈਲਪਮੈਂਟ ਦੇ ਕੰਮ, ਕਿਉਂਕਿ ਅਸੀਂ ਇਸ ਵੇਲੇ ਕਾਫੀ ਫੰਡਸ ਵਗੈਰਾ ਦਿੱਤੇ ਆ, ਕੋਵਿਡ ਆਉਣ ਦੇ ਬਾਵਜੂਦ ਮੁੱਖ ਮੰਤਰੀ ਸਾਹਿਬ ਨੇ ਸਾਰੇ ਪਿੰਡਾਂ 'ਚ ਪੰਜਾਬ ਦਿਆਂ ਨੂੰ ਗ੍ਰਾਂਟਾਂ ਜਿਹੜੀਆਂ ਜਾਰੀ ਕੀਤੀਆਂ, ਉਹਦੇ ਵਿੱਚ ਵੱਖਰੇ ਵੱਖਰੇ ਕੰਮ ਜਿਹੜੇ ਅਸੀਂ ਆਪਣੇ ਤੌਰ ਤੇ ਵੇਖਣ ਆਏ ਸਾਂ, ਜਿਹੜੇ ਚਾਲੂ ਕਰਾਏ ਆ। ਔਰ ਮਾਨਾ ਵਾਲੇ ਅਸੀਂ ਛੱਪੜ ਨੂੰ ਬੜਾ ਵਧੀਆ ਮਾਡਲ ਦਾ ਜਿਹੜਾ ਛੱਪੜ ਉਹਦਾ ਕਰ ਰਹੇ ਆ, ਥਾਪਰ ਮਾਡਲ ਦੇ ਹਿਸਾਬ ਨਾਲ ਕਿ ਪਾਣੀ ਇੱਕ ਥਾਂ ਇਕੱਠਾ ਕਰਕੇ ਉਹਦੀ ਸਫਾਈ ਕਰਕੇ ਉਸ ਤੋਂ ਬਾਅਦ ਲੋਕੀ ਉਸ ਪਾਣੀ ਨੂੰ ਵਰਤਣਗੇ, ਆਲੇ ਦੁਆਲੇ ਉਹਦੇ ਰਸਤਾ ਬਣਾਵਾਂਗੇ ਸੋਹਣਾ, ਲੋਕੀ ਸੈਰ ਕਰਨਗੇ ਉੱਥੇ। ਇਸੇ ਤਰ੍ਹਾਂ ਦੇ ਅਸੀਂ ਅੱਜ ਇੱਕ ਮਾਡਲ ਪਿੰਡ ਇਹਨੂੰ ਸ਼ੁਰੂ ਕਰਾ ਦਿੱਤਾ। ਪਰ ਸਾਰੇ ਇਲਾਕੇ ਦੇ ਵਿੱਚ ਸਾਡੀ ਸੋਚ ਆ ਕਿ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਰਹਿਣ ਵਾਲੇ ਆ ਖਾਸ ਕਰਕੇ, ਉਹ ਵੀ ਸ਼ਹਿਰਾਂ ਵਾਂਗੂ ਜਿੱਥੇ ਲੋਕ ਸ਼ਹਿਰਾਂ ਦੇ ਜਾ ਕੇ ਸੈਰਾਂ ਕਰਦੇ ਆ ਬਾਗ ਬਗੀਚਿਆਂ ਦੇ ਵਿੱਚ, ਉਹਨਾਂ ਲਈ ਵੀ ਇਹੋ ਜਿਹੀ ਸੁੰਦਰ ਥਾਂ ਹੋਵੇ ਹਰ ਇੱਕ ਪਿੰਡ, ਜਿੱਥੇ ਲੋਕ ਸਾਡੀਆਂ ਧੀਆਂ ਭੈਣਾਂ ਛੋਟੇ ਵੀਰ ਬਜ਼ੁਰਗ ਸੈਰ ਸੂਰ ਕਰ ਸਕਣ। ਤੋਂ ਇਹ ਸੋਚਣਾ ਸੀ, ਉਹ ਸ਼ੁਰੂ ਕੀਤਾ ਸੀ। ਤੇ ਇੱਥੇ ਮੋਹਲਕੇ ਵਿਖੇ ਆ ਜਿਹੜੀ ਟ੍ਰੇਨ ਆਉਂਦੀ ਆ ਸਾਡੀ ਵੱਡੀ ਸੱਕੀ ਨਾਲਾ ਜਿਹਨੂੰ ਕਹਿ ਦਿੰਦੇ ਆ, ਇਹਦੇ ਤੇ ਬੜਾ ਲਾਂਘੇ ਦਾ ਲੋਕਾਂ ਨੂੰ ਮੁਸ਼ਕਿਲ ਸੀਗੀ ਇੱਥੇ, ਕਿਉਂਕਿ ਰਸਤਾ ਬੜਾ ਛੋਟਾ ਸੀ, ਨਾ ਇਹਨਾਂ ਦੇ ਕੋਈ ਵਹੀਕਲ ਜਾਂਦੀ ਸੀ, ਕੱਚਾ ਜਿਹਾ ਟੈਂਪਰੇਰੀ ਬਣਾਇਆ ਸੀ। ਤੇ ਉਹਦੇ ਵਾਸਤੇ ਇਹਨਾਂ ਦੀ ਪਿੰਡ ਵਾਲਿਆਂ ਦੀ ਬੜੇ ਚਿਰ ਦੀ ਡਿਮਾਂਡ ਸੀ, ਤੇ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਪੂਰੀ ਕੀਤੀ ਆ। ਔਰ 33 ਲੱਖ ਰੁਪਈਆ ਇੱਥੇ ਲੱਗਣਾ,
ਇਹ ਪੁਲ ਜਿਹੜਾ 1 ਮਹੀਨੇ ਦੇ ਵਿੱਚ ਤਿਆਰ ਹੋ ਜਾਊਗਾ। ਉੱਥੇ ਜੇਕਰ ਗੱਲ ਕਰੀਏ ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਲਾਕਡਾਊਨ ਦੌਰਾਨ ਥਾਣਾ ਵਲਟੋਹਾ ਦੀ ਪੁਲਿਸ ਵੱਲੋਂ ਅਮਰਕੋਟ ਤੋਂ 2 ਵਿਅਕਤੀਆਂ ਨੂੰ ਕਰਫਿਊ ਦੌਰਾਨ ਘੁੰਮਦੇ ਹੋਏ ਹਿਰਾਸਤ ਵਿੱਚ ਲੈ ਲਿਆ ਸੀ, ਜਿਸ ਤੋਂ ਬਾਅਦ ਆਦਰਸ਼ ਸਕੂਲ ਵਲਟੋਹਾ ਵਿਖੇ ਉਹਨਾਂ ਨੂੰ ਇਕਾਂਤਵਾਸ ਲਈ ਭੇਜ ਦਿੱਤਾ। ਇਹਨਾਂ ਦੀ ਸੁਰੱਖਿਆ ਵੀ ਥਾਣਾ ਵਲਟੋਹਾ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਜਾ ਰਹੀ ਸੀ, ਪਰ 2.5 ਮਹੀਨੇ ਦੇ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਸਕੂਲ ਦੀ ਮਾਲੀ ਹਾਲਤ ਅਤੇ ਸੁਰੱਖਿਆ ਡਿਊਟੀ ਨਿਭਾ ਰਹੇ ਮੁਲਾਜ਼ਮ ਨੇ ਦੱਸਿਆ ਕਿ ਅੱਤ ਦੀ ਗਰਮੀ ਵਿੱਚ ਇਹਨਾਂ ਦੋਵਾਂ ਵਿਅਕਤੀਆਂ ਨੂੰ ਇਕਾਂਤਵਾਸ ਵਿੱਚ ਰੱਖਿਆ ਹੋਇਆ ਹੈ ਅਤੇ ਉਹ ਇਹਨਾਂ ਨੂੰ ਆਪਣੇ ਕੋਲੋਂ ਚਾਹ ਬਿਸਕੁਟ ਤੇ ਖਾਣਾ ਖਵਾ ਰਹੇ ਹਨ। ਉਹਨਾਂ ਦੱਸਿਆ ਕਿ ਦੋਨਾਂ ਵਿੱਚੋਂ ਇੱਕ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਅਤੇ ਉਸ ਨੂੰ ਇਲਾਜ ਦੀ ਜ਼ਰੂਰਤ ਹੈ। ਕਿੱਥੋਂ ਆਏ ਜੀ? ਪਿੰਡੋਂ ਜੀ। ਕਿਹੜਾ ਪਿੰਡ ਹੈ? ਮਤਲਬ ਅੱਛਾ, ਕਿੰਨੇ ਦਿਨ ਦਾ ਤੁਹਾਨੂੰ ਇੱਥੇ ਰੱਖਿਆ ਗਿਆ ਜੀ? ਕਾਫੀ ਦਿਨ ਹੋ ਗਏ। ਅੱਛਾ, ਤੇ ਕੋਈ ਰੋਟੀ ਵਗੈਰਾ ਤੁਹਾਨੂੰ ਮਿਲਦੀ? ਨਹੀਂ, ਮੰਗ ਕੇ ਗੁਜ਼ਾਰਾ ਕਰਦੇ। ਨਹੀਂ, ਰੋਟੀ ਵਗੈਰਾ ਤੁਹਾਨੂੰ ਮੁਲਾਜ਼ਮਾਂ ਵੱਲੋਂ ਮਿਲਦੀ ਆ? ਇਹ ਰੋਟੀ ਖਵਾਉਣਾ ਇਹਨਾਂ ਨੂੰ? ਹਾਂਜੀ, ਮੰਗ ਕੇ ਗੁਜ਼ਾਰਾ ਕਰਦੇ ਆ, ਖਾ ਕੇ। ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਰਹਿ ਰਹੇ ਨੂੰ? ਹੋਰ ਕਾਫੀ ਦਿਨ ਹੋ ਗਏ। ਕਿੰਨੇ ਦਿਨ ਹੋ ਗਏ? ਮੇਰਾ ਜਨਮ 6 ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਰਹਿੰਦੇ ਨੂੰ? ਨਹੀਂ, ਕਾਫੀ ਟਾਈਮ ਹੋ ਗਿਆ। ਤੁਸੀਂ ਹੁਣ ਜਾਣਾ ਚਾਹੁੰਦੇ ਜੇ? अजय बरी नहीं आपके चुकाई। कितने दिन हो गए इतने रहते हो? ये अपनी ये पर को लेखा नहीं रखा था जी। नाइट में चोट लगी हुई थी, धीरे धीरे चल रहा रास्ते पर मुझे रास्ते से उठा कर ले आए इधर। गिरा चल रहा था जी, मजबूरी हालात में चोट लगी हुई थी ठाम में। कोई इधर कोई पट्टी बट्टी वगैरह कुछ नहीं, अपने आप ही धीरे धीरे सही हो रहा हूँ। कुछ हालत ख़राब हो रही है। ईरान से ऊपर का रहने वाला हूँ जी, कोई अपने पास लेखा नहीं है। काफ़ी घाटा आ चुका है मुझे, कोई सुनने वाला नहीं है। मुझे लॉक कर दिया उठाकर, नाइट में चोट लगे हुए को उठा लिया, इधर जन्नत में लाके लॉक कर दिया मुझे उठा के। इधर जानता नहीं जी किधर का रहने वाला है कोई भी, इधर मुझे जान पहचान नहीं है। ये मुझ पर आपके लिए आवाज़ है थोड़ी छुटकारा हो, मुझे उड़ान चाहिए और मुझे बस हमदर्द चाहिए छोड़ने वाला। जहाँ का रहने वाला हूँ, बड़ा ईरान से ऊपर का रहने वाला हूँ। बड़ा ईरान इधर नहीं है, जरा सा ही लगता हूँ वो जी। ऐसा मजबूरी हालात में हो, चोट लगी हुई है अपना। रोटी टाइम ना रोटी पानी खाने है जी, ते चाह भी लिया के तड़के पी दी है जी। बॉन्ड जी ये 2 महीने हो गए। हाँ जी, 2 महीने। अच्छा, कोर्ट तो चुक के ली पुलिस ने, मुलाजमान ने। अच्छा, कोई प्रूफ नहीं निकलिया जी, आधार कार्ड कोई चीज़ नहीं है। अच्छा, ਤੇ ਰੋਟੀ ਪਾਣੀ ਇਹਨਾਂ ਨੂੰ ਟਾਈਮ ਸਿਰ ਨਹੀਂ ਖਵਾਉਣੇ ਆ, ਡਾਕਟਰ ਵੀ ਬੁਲਾਉਣੇ ਆ, ਦਵਾਈਆਂ ਵੀ ਦਵਾਉਣੇ ਇਹਨਾਂ ਨੂੰ, ਸਭ ਕੁਝ ਕਰਦੇ ਆ। ਅੱਛਾ, ਹੁਣ ਕੋਈ ਭੇਜਣ ਬਾਰੇ ਕੋਈ ਸੋਚਿਆ ਗਿਆ ਕੋਈ? ਇਹ ਤਾਂ ਜੀ ਐਸਐਚਓ ਦੇ ਮਤਲਬ ਸਮਰਕ ਜੋ ਸਾਡਾ ਤਾਂ ਐਕਸੀਅਨ ਸਾਹਿਬ ਅਰਸ਼ਤ ਕਪਾਲ। ਤੁਹਾਡਾ ਜੀ? ਗੁਰਸਾਹਿਬ ਸਿੰਘ ਜੀ। ਸਕੂਲ ਵਿੱਚ ਕਿਹੜੀ ਡਿਊਟੀ ਹੈ, ਕਿਹੜਾ ਸਕੂਲ ਹੈ, ਕੀ ਕਹਿਣਾ ਚਾਹੁੰਦੇ? ਇਹ ਸਰਕਾਰੀ ਮਾਡਲ ਸਕੂਲ ਵਲਟੋਹਾ ਜੀ, ਤੇ ਇਹਦੇ ਵਿੱਚ ਉਹਨਾਂ ਤੋਂ ਹੀ ਲਿਆ ਕੇ ਬੰਦੇ ਜਿਹੜੇ ਤਾੜੇ, ਮੇਰੀ ਮਾਲੀ ਦੀ ਡਿਊਟੀ ਤੇ ਉਦੋਂ ਦੇ ਹੀ ਬੰਦੇ ਲਿਆ ਕੇ ਤਾੜੇ ਹੋਏ ਤੇ ਉਹਦੇ ਹੀ ਅਸੀਂ ਇਹਨਾਂ ਦੇ ਨਾਲ ਪ੍ਰਸ਼ਾਸਨ ਵੀ ਆਉਂਦਾ ਰਿਹਾ। ਰਾਜਤਪਾਲ ਜੀ ਜਿਹੜੇ ਇਹਨਾਂ ਦੇ ਲਾਏ ਗਏ ਮੁੱਖ ਅਫਸਰ ਡੀਸੀ ਸਾਹਿਬ ਵੱਲੋਂ, ਉਹ ਵੀ ਆਉਂਦੇ ਰਹੇ। ਉਦੋਂ ਡਾਕਟਰ 4 ਕੁ ਦਿਨ ਆਏ, ਮੁੜ ਕੇ ਬਾਅਦ 'ਚ ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਤੇ ਇਸੇ ਤਰ੍ਹਾਂ ਵਿਚਾਰੇ ਬੈਠੇ ਆ। ਤੇ ਰੋਟੀ ਪਾਣੀ ਚਲੋ ਗੁਰਦੁਆਰੇ ਲਿਆ ਕੇ ਇਹਨਾਂ ਨੂੰ ਕੋਈ ਖਵਾਇਆ ਜਾਂਦਾ ਹੈ, ਤੇ ਬਾਕੀ ਇਹਨਾਂ ਨੂੰ ਬੜੇ ਤਰਲੇ ਮਾਰਦੇ, ਬੜੀਆਂ ਮਿੰਨਤਾਂ ਕਰਦੇ ਸਾਨੂੰ ਛੋੜਿਆ ਜਾਵੇ। ਸਾਨੂੰ ਕਾਸ ਲਈ ਇੱਥੇ ਕੋਈ ਕੋਰੀਟਮ ਕੀਤਾ ਹੈ ਕਿ ਅਸੀਂ ਜਾਣਾ ਚਾਹੁੰਦੇ ਹਾਂ। ਇਸ ਸੰਬੰਧੀ ਡੀਐਸਪੀ ਭਿੱਖੀਵਿੰਡ ਰਾਜਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਰਫਿਊ ਦੌਰਾਨ ਇਹਨਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਦੋਵਾਂ ਕੋਲੋਂ ਇਹਨਾਂ ਦੀ ਕੋਈ ਪਹਿਚਾਣ ਪੱਤਰ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੀ ਰਿਹਾਈ ਵਾਸਤੇ ਕਈ ਵਾਰ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਾ ਹੈ ਅਤੇ ਹੁਣ ਇਹਨਾਂ ਦੀ ਜਾਣਕਾਰੀ ਮਾਣਯੋਗ ਅਦਾਲਤ ਰਾਹੀਂ ਦੇ ਦਿੱਤੀ ਗਈ ਹੈ। ਜੋ ਵੀ ਅਦਾਲਤ ਦਾ ਹੁਕਮ ਹੋਵੇਗਾ ਉਸ ਮੁਤਾਬਕ ਇਹਨਾਂ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਕਰੀਬ ਪਿਛਲੇ 2.5-3 ਮਹੀਨੇ ਤੋਂ ਜਿਹੜੇ ਉੱਥੇ ਕੁਆਰੰਟਾਈਨ ਕੀਤੇ ਹੋਏ ਆ। ਇਹ ਥੋੜਾ ਪਤਾ ਲੱਗਾ ਵੀ ਮੰਦਬੁੱਧੀ ਹੈਗੇ ਨੇ ਬੰਦੇ। ਇਹਨਾਂ ਬਾਰੇ ਜਿਹੜਾ ਵਾ ਫੈਸਲਾ ਕਰਨ ਵਾਸਤੇ ਅਸੀਂ ਜਿਹੜਾ ਐਸਡੀਐਮ ਸਾਹਿਬ ਡੀਸੀ ਸਾਹਿਬ ਨੂੰ ਚਿੱਠੀਆਂ ਲਿਖ ਕੇ ਭੇਜੀਆਂ ਸੀਗੀਆਂ ਤੇ ਉਹਨਾਂ ਨੇ ਕੋਰਸਪੋਂਡੈਂਸ ਸਾਨੂੰ ਵਾਪਸ ਭੇਜਿਆ ਵੀ ਜਿਹੜਾ ਵਾ ਇਹ ਜੁਡੀਸ਼ੀਅਲ ਮੈਜਿਸਟਰੇਟ ਨੂੰ ਦਰਖਾਸਤ ਦੇ ਕੇ ਕੀਤੀ ਜਾਵੇ।
ਜੋ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਵੀ ਹੁਣ ਉਹ ਕੁਆਰੰਟਾਈਨ ਹੋ ਗਏ ਨੇ 14 ਦਿਨ ਵਾਸਤੇ, ਤੇ ਕੋਈ ਕੋਰਟ ਨਹੀਂ ਖੁੱਲੀ ਹੈਗੀ। ਇਹਦੇ ਬਾਰੇ ਜਿਹੜਾ ਫਿਰ ਅਸੀਂ ਡੀਸੀ ਸਾਹਿਬ ਨੂੰ ਜਿਹੜੀ ਆ ਫਿਰ ਦੁਬਾਰਾ ਲਿਖ ਕੇ ਭੇਜਾਂਗੇ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਕੇ ਇਹਨਾਂ ਨੂੰ ਹੋਰ ਕਿਸੇ ਥਾਂ ਭੇਜਿਆ ਜਾਵੇ। ਸ਼ੁੱਕਰਵਾਰ ਸ਼ਾਮ ਸਮੇਂ ਸਿਵਲ ਸਰਜਨ ਪਟਿਆਲਾ ਵੱਲੋਂ ਕੋਵਿਡ-19 ਦੀ ਸੂਚਨਾ ਸਮੇਂ ਸਮਾਣਾ ਸਬ ਡਿਵੀਜ਼ਨ ਦੇ 18 ਲੋਕ ਕਰੋਨਾ ਪੋਜ਼ਿਟਿਵ ਆ ਜਾਣ ਕਾਰਨ ਸ਼ਹਿਰ ਵਿੱਚ ਤਰਥੱਲੀ ਮਚ ਗਈ, ਜਿਸ ਦੇ ਤਹਿਤ ਪ੍ਰਸ਼ਾਸਨ ਨੇ ਅਹਿਤਿਆਤ ਵਰਤਦਿਆਂ ਕ੍ਰਿਸ਼ਨਾ ਬਸਤੀ ਦੇ ਇੱਕੋ ਪਰਿਵਾਰ ਦੇ 7 ਮੈਂਬਰਾਂ ਤੇ ਵੜੈਚ ਕਲੋਨੀ ਦੇ 4 ਲੋਕਾਂ ਦੇ ਕਰੋਨਾ ਪੋਜ਼ਿਟਿਵ ਆ ਜਾਣ ਕਾਰਨ ਮੁਹੱਲੇ ਨੂੰ ਸੀਲ ਕਰ ਦਿੱਤਾ। ਉੱਥੇ ਹੀ ਮੁਹੱਲੇ ਵਿੱਚ ਰਹਿੰਦੇ ਬਾਕੀ ਵਾਸੀਆਂ ਨੂੰ 10 ਦਿਨਾਂ ਲਈ ਘਰੋਂ ਬਾਹਰ ਜਾਣ ਅਤੇ ਆਉਣ ਦੀ ਪਾਬੰਦੀ ਤੇ ਪੁਲਿਸ ਠੋਕ ਕੇ ਪਹਿਰਾ ਦੇ ਰਹੀ ਹੈ। ਹਰੇਕ ਘਰ ਦੇ 2 ਮੈਂਬਰਾਂ ਦੀ ਡਾਕਟਰਾਂ ਵੱਲੋਂ ਸੈਂਪਲਿੰਗ ਕਰੋਨਾ ਟੈਸਟਿੰਗ ਲਈ ਸਵੇਰ ਤੋਂ ਹੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਇਹ ਕਰੋਨਾ ਮਹਾਮਾਰੀ ਦੀ ਬਿਮਾਰੀ ਨੂੰ ਹੋਰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਜਰਨੈਲ ਸਿੰਘ ਹੈ ਜੀ ਕਰੋਨਾ ਦੇ ਸੰਬੰਧ ਵਿੱਚ ਡਿਊਟੀ ਲੱਗੀ ਹੋਈ ਹੈ ਜੀ। ਇਹ ਕ੍ਰਿਸ਼ਨਾ ਬਸਤੀ ਸਮਾਣਾ ਤੇ ਅਸੀਂ ਇਹਨਾਂ ਦੇ ਜਿਹੜੀ ਡਾਕਟਰੀ ਸਾਡੀ ਟੀਮ ਹੈ ਇਹਨਾਂ ਦੀ ਹੈਲਪ ਲਈ ਇੱਥੇ ਲੱਗੇ ਆ ਜੀ। ਤੇ ਇਹਨਾਂ ਨੂੰ ਜਿਹੜੇ ਆਪਣੇ ਗਲੀ ਦੇ ਵਿੱਚ ਲੋਕ ਰਹਿੰਦੇ ਨੇ ਇਹਨਾਂ ਨੂੰ ਅਸੀਂ ਕਿਸੇ ਨੂੰ ਬਾਹਰ ਨਹੀਂ ਜਾਣ ਦੇਣਾ, ਨਾ ਹੀ ਕਿਸੇ ਨੂੰ ਅੰਦਰ ਜਾਣ ਦੇਣਾ ਜੀ। ਇਹ ਸਾਡਾ ਪੁਆਇੰਟ ਹੈ ਜੀ, ਇੱਥੇ ਡਿਊਟੀ ਚੱਲਣੀ ਹੈ ਸਾਡੀ। ਇਸ ਮੌਕੇ ਮੁਹੱਲੇ ਵਿੱਚ ਜਾਂਚ ਲਈ ਆਏ ਡਾਕਟਰ ਦੀਪਕ ਮੋਗਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਤੋਂ ਬਚਣ ਲਈ ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਗੈਰ ਜ਼ਰੂਰੀ ਘੁੰਮਣ ਤੋਂ ਗੁਰੇਜ਼ ਕਰਨ। ਜੇਕਰ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਵੀ ਹੈ ਤਾਂ ਬਾਹਰ ਜਾਣ ਦੇ ਵਕਤ ਮੂੰਹ ਤੇ ਮਾਸਕ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ। सैंपलिंग कर रहे हैं, कॉन्टैक्ट ट्रेसिंग कर रहे हैं, बाकी रैंडम सैंपलिंग कर रहे हैं। हर घर को अपनी 2 दिन रैंडमली पेशेंट ले रहे हैं, दोनों ही सैंपलिंग कर रहे हैं। एरिया कंटोनमेंट कितना हाँ कन्फाइन कितना एरिया कैसे चला रहा है। मैं अपने ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਰਿਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।